मेरा सतगुर पूरा, इस पुनी जन केरिया, ले सतगुर तूरा। हर भगत दरड़ावै, हर भगत सुनै, तिस सतगुर मिलियै, टोटा मूल न आवई। हर लाभ नित दृढ़ियै, जिसका हृदय विगास है, भाव दूजा नाही। नानक तिस गुर मिल उदरै, हर गुण गावही। जिसका हृदय विगास है, भाव दूजा नाही। नानक तिस गुर मिल उदरै, हर गुण गावही। श्री गुरु जी। बाज महला तीजा। एका जोत जोत है शरीरा, शब्द दिखाए सतगुर पूरा। आपे फर्क की तोन घट अंतर, आपे बनत बनावणियो। सतगुरु तीजे पातशाह, तीजे गुरु नानक श्री गुरु अमरदास महाराज जी, जो चल रही लड़ीवार कथा विच सतगुरु पातशाह पावन उपदेश बख्शदे ने। एका जोत जोत है शरीरा, शब्द दिखाए सतगुर पूरा। एक अदुੱਤੀ जो ज्योति है, ते इसदी सर्व शरीरां विच सता है जोत है। सब मह जोत जोत है सोए, सबना विच परमेश्वर दी जोत है। आप ही सबना विच बैठा है। वो जोत किवें देखी जाती है? पातशाह फरमाउंदे ने, पूरा सतगुरु उपदेश करके दिखाउंदा है। सब मह जोत जोत है सोए, तिसदा चानण सब मह चानण होए। गुर साखी जोत प्रगट होए। गुरु की सिक्ख्या, गुरु के उपदेश नाल जोत प्रगट हो जाती है।
ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣੇ। ਆਪ ਹੀ ਸਥਾਪਤ ਜੰਗਮ ਰੂਪ, ਭੇਦ ਕੀਤਾ ਮੇਰੇ ਵਿਧਾਤਾ ਪ੍ਰਭੂ ਨੇ। ਔਰ ਸਰੀਰਾਂ ਦੀ ਅੰਤਰ ਸੋਈ ਜੋਤੀ ਅਸਥਿਤ ਹੈ। ਆਪ ਹੀ ਸਭ ਰਚਨਾ ਬਣਾਈ ਹੈ, ਕਿਉਂਕਿ ਉਹ ਮਾਲਕ ਸਿਰਜਣਹਾਰ ਦਾਤਾਰ ਆਪ ਹੈ। ਆਪ ਹੀ ਸਾਜਦਾ, ਆਪ ਹੀ ਭਿੰਨ ਭਿੰਨ ਧੰਦਿਆਂ ਵਿੱਚ ਲਾਉਂਦਾ ਹੈ। ਹਉ ਵਾਰੀ ਜੀਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਓ। ਵਾਜ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸੰਭਾਵਣਿਓ। ਪਾਤਸ਼ਾਹ ਫਰਮਾਉਂਦੇ ਨੇ, ਹਉ ਵਾਰੀ ਜੀਉ ਵਾਰੀ, ਹਰ ਸੱਚੇ ਕੇ ਗੁਣ ਗਾਵਣੇ। ਜੋ ਸੱਚੇ ਵਾਹਿਗੁਰੂ ਗੁਰੂ ਨਾਨਕ ਦੇ ਗੁਣ ਗਾਉਂਦੇ ਨੇ, ਪਾਤਸ਼ਾਹ ਫਰਮਾਉਂਦੇ ਨੇ, ਮੈਂ ਤਿੰਨਾਂ ਦੇ ਮਨ ਤਨ ਕਰਕੇ ਵਾਰ ਨਹੀਂ ਜਾਂਦਾ। ਕੁਰਬਾਨ ਖਾਂ ਉਹਨਾਂ ਜਨਾਂ ਤੋਂ ਜੋ ਗੁਣ ਗਾਉਂਦੇ ਨੇ ਗੁਰੂ ਨਾਨਕ ਦੇ। ਗੁਰੂ ਤੋਂ ਬਿਨਾਂ ਕੋਈ ਗਿਆਨ ਨਹੀਂ ਪਾ ਸਕਦਾ। ਗਿਆਨ ਮਿਲੇਗਾ ਸਮਰੱਥ ਗੁਰੂ ਤੋਂ ਮਿਲੇਗਾ। ਗੁਰਮੁਖ ਸ਼ਾਂਤੀ ਵਿੱਚ ਸਮਾ ਜਾਂਦੇ। ਤੂੰ ਆਪੇ ਸੋਹੇ ਆਪੇ ਜਗ ਮੋਹੇ, ਤੂੰ ਆਪੇ ਨਦਰੀ ਜਗਤ ਪਰੋਵਹਿ। हे ਮੇਰੇ ਗੁਰੂ ਨਾਨਕ, ਤੂੰ ਆਪ ਹੀ ਸੋਭਦਾ ਹੈ, ਆਪ ਹੀ ਮਾਇਆ ਕਰਕੇ ਜਗਤ ਨੂੰ ਮੋਹਿਤ ਕਰ ਰਿਹਾ। हे ਨਦਰੀ ਮੇਰੇ ਪ੍ਰਭੂ, ਤੂੰ ਆਪ ਹੀ ਸਤਾ ਰੂਪ ਸੂਤਰ ਵਿੱਚ ਜਗਤ ਨੂੰ ਪਰੋਇਆ ਹੋਇਆ। ਤੂੰ ਆਪੇ ਦੁੱਖ ਸੁਖ ਦੇਵੈ ਕਰਤ, ਗੁਰਮੁਖ ਹਰ ਦੇਖਾਵਣਿਓ। हे ਮੇਰੇ ਗੁਰੂ ਨਾਨਕ, ਤੂੰ ਆਪ ਹੀ ਦੁੱਖ ਤੇ ਸੁੱਖ ਦਾ ਦਾਤਾ। ਦੁੱਖ ਦੇਵਣ ਵਾਲਾ ਵੀ ਤੂੰ ਹੈ, ਸੁੱਖ ਦੇਵਣ ਵਾਲਾ ਵੀ ਤੂੰ ਹੈ, ਕੋਈ ਦੂਜਾ ਨਹੀਂ। ਤੂੰ ਸਮਰੱਥ ਹੈ, ਤੂੰ ਚਾਹੀ ਦੁੱਖ ਨੂੰ ਸੁੱਖ ਵਿੱਚ ਬਦਲ ਦਿੰਦਾ ਹੈ। ਇੱਕ ਨਜ਼ਰ ਹੀ ਤੇਰੀ ਹੋ ਜਾਵੇ, ਤੇਰੀ ਨਜ਼ਰ ਦੇ ਵਿੱਚ ਅੰਮ੍ਰਿਤ ਵਸਦਾ ਹੈ। ਨਾਨਕ ਨਦਰੀ ਨਦਰ ਨੇਖਾ। ਕਿ ਮੇਰੇ ਵਾਹਿਗੁਰੂ ਗੁਰਮੁਖਾਂ ਨੂੰ ਆਪਣਾ ਸਰੂਪ ਤੂੰ ਦਿਖਾ ਦਿੰਦਾ ਹੈ। ਜੋ ਤੇਰੇ ਗੁਰਮੁਖ ਤੇਰੇ ਜਨ ਨੇ, ਜਿਨ੍ਹਾਂ ਨੂੰ ਤੇਰੇ ਤੇ ਭਰੋਸਾ ਪ੍ਰਤੀਤ ਹੈ, ਉਹ ਤੇਰੇ ਘਰੋਂ ਬਖਸ਼ੀਸ਼ਾਂ ਲੈਂਦੇ ਨੇ, ਝੋਲੀਆਂ ਭਰ ਲੈਂਦੇ ਨੇ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਇਹ ਮੇਰੇ ਵਾਹਿਗੁਰੂ, ਤੂੰ ਆਪ ਹੀ ਕਰਦਾ ਤੇ ਕਰਾਉਂਦਾ ਹੈ। ਆਪ ਹੀ ਗੁਰੂ ਦਾ ਉਪਦੇਸ਼ ਮਨ ਵਿੱਚ ਵਸਾ ਲੈਂਦਾ ਹੈ। ਸਭ ਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਓ। ਉਪਦੇਸ਼ ਕਰਕੇ ਨਾਮ ਰੂਪ ਅੰਮ੍ਰਿਤ ਬਾਣੀ ਪ੍ਰਗਟ ਹੁੰਦੀ, ਔਰ ਗੁਰੂ ਦੁਆਰੇ ਆ ਕੇ ਤੂੰ ਸੁਣਾਉਂਦਾ ਹੈ, ਸੋਝੀ ਦਿੰਦਾ ਹੈ, ਮੱਤ ਦਿੰਦਾ ਹੈ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਤੂੰ ਆਪ ਹੀ ਕਰਤਾ, ਆਪ ਹੀ ਭੋਗਣ ਵਾਲਾ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀ। ਤੇਰਾ ਅੰਤ ਨਾ ਪਾਇਆ, ਸੁਰਗ ਮਛ ਪਿਆਲ ਜੀਓ, ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਕੋਈ ਇਹਨਾਂ ਕਰਕੇ ਤੈਨੂੰ ਕਹਿ ਨਹੀਂ ਸਕਿਆ। ਤੂੰ ਵੱਡਾ ਮਾਲਕ ਹੈ, ਦੇ ਸੰਸਾਰੂ ਬੰਧਨ ਤੋੜੇ ਨੇ, ਤੋ ਸਦੀਵੀ ਮੁਕਤ ਹੋ ਜਾਂਦਾ ਹੈ। ਸਦਾ ਮੁਕਤ ਆਪੇ ਹੈ ਸੱਚਾ,
ਆਪੇ ਅਲਖ ਲਖਾਵਣਿਓ। ਕਿ ਸੱਚੇ ਮੇਰੇ ਗੁਰੂ ਨਾਨਕ, ਤੂੰ ਆਪ ਹੀ ਸਦਾ ਮੁਕਤ ਰੂਪ ਹੈ। ਆਪਣੇ ਅਲਖ ਸਰੂਪ ਨੂੰ ਆਪ ਲਿਖਾਉਂਦਾ ਹੈ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਉਪਾਇਆ। ਤੂੰ ਆਪ ਹੀ ਮਾਇਆ अविद्या रूप है। क्योंकि कल्पित वस्तु की अधिष्ठान से भिन्न सता नहीं होती, और आप ही प्रतिबिंबित होया छाया। महामाया ताकि है छाया, तेरी ही छाया है। उस माया में छाया व्यापिया होया है। आप ही सर्व जगत नूं तिस माया दा मोह उत्पन्न कर दिता है। ये तेरी रजा है। तू ऐसा खेल रचिया है मेरे वाहे गुरु। बाजीगर डंक बजाई सब खलक तमाशे आई। तू रच के देखदा भी है, बड़ा प्रसन्न भी हुंदा है। तू बड़ा मालिक, गहर गंभीर अथाह है। मोह भी तू आप साजिया है। मोह दे विच मनुख बंधिया है। मोह दे बंधन भी तू आप कटदा है, कोई दूजा नहीं। क्योंकि मालिक दीन दुनिया दा है। आपे गुण दाता गुण गावे, आपे आख सुनावणियो। आप ही गुणा दा दाता, तू गुरु भी है। आप सिख हो के गुण गाउंदा है। आपे अगे कह के तू सुनाउंदा भी है। तू दीन दुनिया दा मालिक है। आपे करे कराए आपे, आपे थाप थापे आपे। आप ही जीवां दा करता, से आप ही कर्म कराउंदा। आपे स्थित करदा, आप परलो कर दिंदा। क्योंकि रचना भी तू आप करदा और नाश भी तू आप, कोई दूजा नहीं। तुझ ते वांगर कछू ना होवे, तू आपे कारै लावणियो। हे मेरे गुरु नानक, तेरे तो बाहर कुछ हुंदा नहीं। तो आप जीवां नूं कार विच लाउंदा है। जिस नूं तारना है वो विधि बना दिंदा है, तार भी दिंदा है। आपे मारे आप जीवाए, आपे मेले मेल मिलाए। ये मेरे पातशाह गुरु नानक, आप ही मारदा आप ही जवामदा। आपे सतसंग दे मेल विच मिला लैंदा है। अपने साथ तू आप मेलदा है। विछड़िया मेले प्रभु हर दरगह का बसी। विछड़िया नूं मिलावण वाला तू आप है, कोई दूजा नहीं। सेवा ते सदा सुख पाया, गुरमुख सहज समावणियो। इन्हें सेवा कीती तेरे दर दी, तेने सदीवी सुख पाया। ते दुख भी सुखां विच बदल गए। गुरमुख सहजे तेरे विच समा गए। आपे ऊंचा ऊंचो होई, जैसे आप विखाले सो वेखै कोई। तो आप ही ब्रह्मा विष्णु महेश ਉੱਚਿਆਂ ਤੋਂ ਉੱਚਾ ਹੋ ਰਿਹਾ। क्योंकि इन्हां नूं भी तू साजण वाला है। तू आप विखालदा सोई तैनू देखदा दूजा नहीं। इसनूं तू जाना है सोई जन जाने। जिसनूं तू अपना आप जनावे वो जानेगा, दूजा नहीं जानदा। आपे ऊंचा ऊंचो होई, जैसे आप विखाले सो वेखै सोई। जिसनूं तू दिखावें वो वेखदा है। जिसे आप विखाले सो वेखै कोई। नानक नाम वसै घट अंत,
ਆਪੇ ਵੇਖ ਵਿਖਾਲਣਿਓ। ਜਿਨ੍ਹਾਂ ਦੇ ਹਿਰਦੇ ਵਿੱਚ ਹੇ ਮੇਰੇ ਗੁਰੂ ਨਾਨਕ ਤੇਰਾ ਨਾਮ ਵਸਦਾ, ਤੇਰੀ ਬੰਦਗੀ ਵਸਦੀ ਹੈ, ਤੋ ਤੈਨੂੰ ਆਪ ਦੇਖਦੇ ਨੇ, ਤੇਰੇ ਦਰਸ਼ਨ ਕਰਦੇ ਨੇ, ਉਹਨਾਂ ਨੂੰ ਦਿਖਾ ਦਿੰਦੇ ਨੇ। ਉਹ ਮਿਲੇ ਹੋਏ ਨੇ, ਮਿਲਾਵਣੇ ਆਏ ਨੇ। ਇਹ ਭਾਈ ਸਾਹਿਬ ਦੇ ਬਚਨ ਨੇ, ਗੋਇਆ ਜੇਕਰ ਅੱਖ ਤੇਰੀ ਵੀ, ਗੋਇਆ ਜੇਕਰ ਅੱਖ ਤੇਰੀ ਵੀ, ਰੱਬ ਦੇਖਣਾ ਚਾਹੇ, ਛੇਤੀ ਜਾ ਤੂੰ ਸੰਤਾਂ ਦੇ ਵੱਲ ਉਹ ਰੱਬ ਵਿਖਾਲਣੇ ਆਏ। ਕਿਉਂਕਿ ਆਪ ਮਿਲੇ ਹੋਏ ਨੇ, ਮਿਲਾਵਣੇ ਆਏ ਨੇ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰ ਪ੍ਰਸਾਦੀ ਘਰ ਹੀ ਮਹਿ ਪਾਈ। ਪਾਤਸ਼ਾਹ ਫਰਮਾਉਂਦੇ ਨੇ, ਮੇਰਾ ਪ੍ਰਭੂ, ਮੇਰਾ ਵਾਹਿਗੁਰੂ ਸਰਬ ਵਿਆਪਕ ਹੋ ਰਿਹਾ ਹੈ। ਭਗਤਾਂ ਦੀ ਮਹਿਮਾ, ਉਹਨਾਂ ਦਾ ਅਨੁਭਵ ਦਿਖਾਉਂਦੇ ਹੋਏ ਸਤਿਗੁਰੂ ਪਾਵਨ ਬਚਨ ਕਹਿੰਦੇ ਨੇ, ਮੇਰਾ ਪ੍ਰਭੂ ਸਰਬ ਅਸਥਾਨਾਂ ਵਿੱਚ ਵਿਆਪਕ ਹੈ, ਭਰਪੂਰ ਹੈ। ਔਰ ਗੁਰੂ ਦੀ ਕਿਰਪਾ ਤੇ ਸਰੀਰ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਗੁਰ ਪ੍ਰਸਾਦੀ ਘਰ ਮਹਿ ਪਾਈ। ਗੁਰੂ ਦੀ ਬਖਸ਼ਿਸ਼ ਤਾਂ ਹਿਰਦੇ ਘਰ ਵਿੱਚੋਂ ਮਿਲ ਜਾਂਦਾ ਹੈ। ਸਦਾ ਸਰੇ ਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਓ। ਪਾਤਸ਼ਾਹ ਫਰਮਾਉਂਦੇ ਨੇ, ਸਦਾ ਇਕਾਗਰ ਮਨ ਕਰਕੇ ਇੱਕ ਜੋ ਪ੍ਰਮਾਤਮਾ ਵਾਹਿਗੁਰੂ ਨੂੰ ਸੇਵਨ ਕਰੀਏ, ਧਿਆਈਏ, ਜਪੀਏ, ਉਸ ਦਾਤੇ ਦੀ ਯਾਦ ਚਿੰਤਨ ਵਿੱਚ ਜੁੜੀਏ, ਨਾਮ ਨੂੰ ਜਪੀਏ, ਨਾਮ ਨੂੰ ਧਿਆਈਏ। ਕਿਉਂਕਿ ਧਿਆਨ ਕਰਕੇ ਵਾਹਿਗੁਰੂ ਮਿਲਦਾ ਹੈ, ਗੁਰਮੁਖ ਸੱਚ ਵਿੱਚ ਸਮਾ ਜਾਂਦੇ ਨੇ। ਹਉ ਵਾਰੀ ਜੀਉ ਵਾਰੀ, ਜਗ ਜੀਵਨ ਮਨ ਵਸਾਵਣਿਓ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿਜ ਸਮਾਵਣਿਓ। ਜੋ ਜਗ ਜੀਵਨ ਵਾਹਿਗੁਰੂ ਨੂੰ ਮਨ ਵਿੱਚ ਵਸਾ ਲੈਂਦੇ ਨੇ, ਪਾਤਸ਼ਾਹ ਫਰਮਾਉਂਦੇ ਨੇ, ਮੈਂ ਤਿੰਨਾਂ ਦੇ ਵਾਰੇ ਵਾਰੇ ਜਾਂਦਾ। ਵਾਹਿਗੁਰੂ ਜੋ ਜਗ ਜੀਵਨ ਹੈ, ਸੋ ਨਿਰਭੈਤਾ ਦੇ ਦੇਣ ਵਾਲਾ ਹੈ। ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਸੋ ਸਹਿਜ ਹੀ ਇਸ ਵਿੱਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਘਰ ਮਹਿ ਧਰਤੀ ਧੌਲ ਪਤਾਲਾ, ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ। ਸਰੀਰ ਦੇ ਅੰਦਰ ਹੀ ਖਿਮਾ ਹੈ, ਧਰਮ ਹੈ, ਗੰਭੀਰਤਾ ਹੈ। ਇਸ ਤਨ ਵਿੱਚ ਹੀ ਸਰਬ ਦੇਵੀ ਗੁਣ ਇਸ ਤਨ ਵਿੱਚ ਨਹੀਂ। ਹਿਰਦੇ ਵਿੱਚ ਹੀ ਪ੍ਰੀਤਮ ਪਰਮੇਸ਼ਵਰ ਵੱਡਾ ਸਦਾ ਨਿਤ ਨੂਤਨ ਹੈ। ਸਮਸਟੀ ਵਿਅਸਤੀ ਇੱਕ ਹੋਣੇ ਤੇ ਪ੍ਰਤੱਖ ਧਰਤੀ ਆਦਿਕ ਇਸ ਸਰੀਰ ਦੇ ਅੰਦਰ ਨੇ। ਸਦਾ ਆਨੰਦ ਰਹਿ ਸੁਖ ਦਾਤਾ, ਗੁਰਮਤਿ ਸਹਿਜ ਸਮਾਵਣਿਓ। ਸਦਾ ਆਨੰਦ ਰਹਿੰਦਾ, ਸੁੱਖਾਂ ਦਾ ਦਾਤਾ, ਜਿਸ ਵਿੱਚ ਗੁਰਮਤੀਏ ਸਹਿਜੇ ਹੀ ਸਮਾ ਜਾਂਦੇ ਨੇ। ਬੇਨਤੀ ਕੀਤੀ, ਪਾਤਸ਼ਾਹ ਕਾਇਆ ਦੇ ਅੰਦਰ ਹੁੰਦਿਆਂ ਜੀਵ ਨੂੰ ਕਿਉਂ ਨਹੀਂ, ਇਹ ਮਨੁੱਖ ਕਿਉਂ ਨਹੀਂ ਫਿਰ ਜਾਣਦਾ ਜੇ ਕਾਇਆ ਦੇ ਵਿੱਚ ਹੈ, ਤਨ ਵਿੱਚ ਹੈ। ਪਾਤਸ਼ਾਹ ਫਰਮਾਉਂਦੇ ਨੇ, ਕਾਇਆ ਅੰਦਰ ਹੋ ਮੈਂ ਮੇਰਾ, ਜਮਨ ਮਰਨ ਨਾ ਚੂਕੈ ਫੇਰਾ। ਜਬ ਤੱਕ ਦੇਹ ਸੂਖਮ ਸਰੀਰ ਵਿੱਚ ਹੰਤਾ ਤੇ ਮਮਤਾ, ਤਬ ਤੱਕ ਜਨਮ ਮਰਨ ਦਾ ਫੇਰ ਨਹੀਂ ਚੁੱਕਦਾ।
ਗੁਰਮੁਖ ਹੋਵੈ ਸੋ ਹਉ ਮੈਂ ਮਾਰੇ, ਸਚੋ ਸਚ ਧਿਆਵਣਿਓ। ਜੋ ਗੁਰਮੁਖ ਹੁੰਦਾ ਸੋ ਹੰਤਾ ਤੇ ਮਮਤਾ ਨੂੰ ਮਾਰ ਦਿੰਦਾ, ਨਿਸ਼ਚੇ ਕਰਕੇ ਸੱਚ ਦਾ ਧਿਆਨ ਕਰਦਾ। ਕਦਾਚਿਤ ਐਸੀ ਸ਼ੰਕਾ ਹੋ ਜਾਵੇ ਕਿ ਜਨਮ ਤੇ ਮਰਨ ਦਾ ਫਿਰ ਜੀਵ ਨੂੰ ਕਿਵੇਂ ਹੋਇਆ, ਕਿਉਂ ਜਨਮ ਤੇ ਮਰਨ ਵਿੱਚ ਪਿਆ। ਪਾਤਸ਼ਾਹ ਫਰਮਾਉਂਦੇ ਨੇ, ਕਾਇਆ ਅੰਦਰ ਪਾਪ ਪੁੰਨ ਦੋਏ ਭਾਰੀ, ਦੋਹੀ ਮਿਲ ਕੈ ਸ੍ਰੇਸ਼ਟ ਉਪਾਈ। हे ਭਾਈ, ਇਸ ਕਾਇਆ ਸੁੰਦਰ ਸਰੀਰ ਦੇ ਅੰਦਰ ਪਾਪ ਤੇ ਪੁੰਨ ਰੂਪ ਅੰਕਰ ਦੋ ਨੇ। ਇਸ ਤਨ ਵਿੱਚ ਦੋਨਾਂ ਨੇ ਮਿਲ ਕੇ ਸ੍ਰਿਸ਼ਟੀ ਉਤਪਤ ਕੀਤੀ। ਪੁੰਨ ਤੇ ਪਾਪ, ਪਾਪੀ ਨੂੰ ਸਜ਼ਾਵਾਂ ਮਿਲਦੀਆਂ, ਉਹ ਗੁਰੂ ਦੀ ਬਖਸ਼ਿਸ਼ ਹੋ ਜਾਵੇ ਉਹ ਤਰ ਵੀ ਜਾਂਦਾ। ਮੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਸ੍ਰੀ ਗੋਬਿੰਦਵਾਲ ਸਾਹਿਬ ਬਿਰਾਜਮਾਨ, ਸੰਗਤਾਂ ਦਰਸ਼ਨਾਂ ਨੂੰ ਆਈਆਂ। ਰਸਤੇ ਵਿੱਚ ਸੰਗਤ ਖਲੋਈ, ਪ੍ਰਸ਼ਾਦਾ ਛਕਿਆ, ਲੰਗਰ ਚਾਲੂ ਹੋਇਆ। ਜਥੇਦਾਰ ਨੇ ਸਭਨਾਂ ਨੂੰ ਪ੍ਰਸ਼ਾਦਾ ਛਕਾਇਆ। ਥੋੜੀ ਦੂਰ ਤੇ ਇੱਕ ਰੁੱਖ ਹੇਠਾਂ ਇੱਕ ਜਗਿਆਸੂ ਬੈਠਾ ਹੈ। ਤੱਕਿਆ, ਉਸਨੂੰ ਵੀ ਪ੍ਰਸ਼ਾਦਾ ਲੰਗਰ ਦਾ ਛਕਾਈਏ। ਜਥੇਦਾਰ ਆਪ ਗਿਆ, ਨਾਂ ਦਾ ਜਥੇਦਾਰ, ਪਰ ਨਿਮਾਣਤਾ ਨਿਮਰਤਾ ਅਤ ਦੀ, ਬੜਾ ਪ੍ਰੇਮੀ। ਆਖਿਆ, ਭਾਈ ਗੁਰੂ ਕਾ ਲੰਗਰ ਹੈ, ਉਹ ਵੀ ਹੱਥ ਕਰ ਪ੍ਰਸ਼ਾਦਾ ਲੈ ਲੈ। ਕਹਿਣ ਲੱਗਾ, ਮੈਂ ਕੋੜੀ ਹਾਂ, ਹੱਥਾਂ ਨੂੰ ਵੀ ਕੋੜ ਹੋਇਆ, ਮੈਂ ਛਕ ਨਹੀਂ ਸਕਦਾ। ਜਥੇਦਾਰ ਨੇ ਫਿਰ ਆਪ ਛਕਾਇਆ ਪ੍ਰਸ਼ਾਦਾ। ਬੜਾ ਧੰਨਵਾਦ, ਸ਼ੁਕਰਾਨਾ। ਫਿਰ ਪੁੱਛਿਆ, ਤੁਸੀਂ ਕਿੱਥੇ ਜਾ ਰਹੇ ਹੋ? ਦੱਸਿਆ, ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ, ਉਹਨਾਂ ਦੇ ਦਰਸ਼ਨ ਦਿਦਾਰਿਆਂ ਨੂੰ ਜਾ ਰਹੇ ਹਾਂ। ਕਹਿਣ ਲੱਗੇ, ਮੇਰੀ ਬੇਨਤੀ ਕਿ ਮੈਨੂੰ ਵੀ ਦਰਸ਼ਨ ਕਰਾ ਦਿਓ। ਜਿਸ ਗੁਰੂ ਦੇ ਸਿੱਖ ਇੰਨੇ ਮਹਾਨ, ਐਸੀ ਨਿਮਾਣਤਾ ਨਿਮਰਤਾ, ਗੁਰੂ ਕੈਸਾ ਹੈ। ਤੇ ਜਥੇਦਾਰ ਨੇ ਆ ਕੇ ਸੰਗਤਾਂ ਨਾਲ ਵਿਚਾਰ ਕੀਤੀ ਤੇ ਚਾਦਰ ਦੇ ਵਿੱਚ ਨੂੰ ਬੰਨ ਲਿਆ। ਵਾਰੀ ਵਾਰੀ ਰਸਤੇ ਵਿੱਚ ਚੱਕੀ ਜਾ ਰੱਖੀ, ਔਰ ਜਪ ਤਪ ਹੋ ਰਿਹਾ, ਵਾਹਿਗੁਰੂ ਦਾ ਜਾਪ, ਸਤਿਗੁਰਾਂ ਦੇ ਗੁਣ ਗਾਏ ਜਾ ਰਹੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ। ਜਦੋਂ ਪਹੁੰਚੇ ਸ੍ਰੀ ਗੋਬਿੰਦਵਾਲ ਸਾਹਿਬ, ਉਸਨੂੰ ਬਾਹਰ ਬਿਠਾਲ ਦਿੱਤਾ, ਆਪ ਅੱਗੇ ਚਲੇ ਗਏ। ਦਰਸ਼ਨ ਕੀਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ, ਅੰਤਰ ਦੇ ਪ੍ਰੇਰਕ, ਅੰਤਰਜਾਮੀ, ਮਿਹਰਾਂ ਦੇ ਦਾਤੇ। ਇਹ ਸਤਿਗੁਰਾਂ ਦੇ ਬਚਨ ਨੇ। ਕਲਗੀਧਰ ਮਹਾਰਾਜ ਜੀ ਦੇ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਪਾਤਸ਼ਾਹ ਕਹਿਣ ਲੱਗੇ, ਜਥੇਦਾਰ ਜੀ, ਜਿਸ ਨੂੰ ਨਾਲ ਲੈ ਕੇ ਆਏ ਹੋ, ਉਸ ਨੂੰ ਪਿੱਛੇ ਬਿਠਾ ਲਿਆਏ। ਪਾਤਸ਼ਾਹ ਉਹ ਕੋੜੀ ਹੈ। ਸਤਿਗੁਰੂ ਕਹਿਣ ਲੱਗੇ, ਗੁਰੂ ਨਾਨਕ ਦੇ ਘਰੇ ਆਇਆ ਉਹ ਕੋੜੀ ਨਹੀਂ, ਉਹ ਤਾਂ ਰਾਜਾ। ਜਾਓ, ਉਸਨੂੰ ਬੋਲੀ ਸਾਹਿਬ ਇਸ਼ਨਾਨ ਕਰਾ ਕੇ, ਨਵੇਂ ਵਸਤਰ ਪਹਿਨਾ ਕੇ ਸਾਡੇ ਕੋਲ ਲੈ ਕੇ ਆਓ। ਸਤ ਵਚਨ ਕੀਤੇ, ਪਾਤਸ਼ਾਹ ਨੇ ਵੇਦਾਂ ਕੀਤੀਆਂ, ਇਸ਼ਨਾਨ ਕੀਤਾ, ਕੋੜ ਨਿਵ੍ਰਿਤ ਹੋ ਗਿਆ। ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆਏ, ਨਮਸਤਕ ਹੋਏ, ਚਰਨਾਂ ਤੇ ਟਹਿ ਪਏ। ਪਾਤਸ਼ਾਹ ਨੇ ਔਰ ਆਰੀ ਨਾਮ ਰੱਖ ਦਿੱਤਾ। ਫਿਰ ਆਖਿਆ, ਭਾਈ ਸਤ ਸੰਗੀਓ, ਹੁਣ ਇਸ ਦਾ ਵਿਆਹ ਵੀ ਕਰਨਾ, ਕੋਈ ਲੜਕੀ ਦਵੋ ਆਪਣੀ।
इस राजकुमार दा एक जगियासू उठिया, पातशाह सतगुरां दे बचन, मैं हुणे सतगुरु लैके आया घरों लड़की ले आया। विआह दी रस्म होई, लड़की दी मां लंगर विच सेवा करदी है। जदों उसनूं पता लग्या कि तेरी लड़की दा विआह कोड़ी दे नाल कर दिता सतगुरां ने, वाहो दाही आई पातशाह अगे बेनती की, सतगुरु ये तुसीं की कीता? रीति है कोई जात नहीं पूछी, किस जात दा किस कुल दा, कोई घर बार माता पिता। गुरु अमरदास महाराज जी कहन लगे, मैं ही इसका माता पिता, जो मेरी जात इसकी जात। उस लड़की का नाम मत्थो सी। फिर पातशाह ने मेरा कीतियां मत्थो रारी नाम दोनों का, जो 22 मंजियां बख्शियां एक मंजी उन्होंने बख्शी। फिर ये बचन किए गुरु अमरदास महाराज जी ने, जो इन्हों के दर्शन भी करेगा संगत करेगा तो सिੱਖੀ सिद्क प्राप्त होगा, बख्शीशा मिलणगीਆਂ। गुरु नानक का घर कैसा है, ये बख्शीशा का दर है तो कोड़ियां दे कोड़ निवृत्त हो जाते हैं। जो पातशाह फरमाउंदे ने गुरु अमरदास महाराज जी, काया अंदर पाप पुन दोए भारी। इस तन दे विच पाप भी ने ते पुन भी ने। जो पाप मनुख दे वध जाते ने, मन माड़े पासे जाता है। जे पुन वध जावन, मन भावें करे पर जा नहीं सकता कि पुन्नी है, क्योंकि आपां ने पुन्नां दे भागी बनना, पापां दे नहीं। गुण संग्रह करने ने औगणा नूं त्यागना। उस कोड़ी दे भाग जागे और गुरु नानक दे घरों कैसियां बख्शीशां मिलियां। सतगुरां ने यह भी पूछया सी, तेरी हालत किवें कोई? पातशाह, मेरा पिता बड़ा शाहूकार सी, मृत्यु हो गया। इकलौता पुत्र सी, माड़ी संगत नशियां विच लग गया, सब कुछ बिक गया, एक कोड़ हो गया। संबंधियों ने नकार दिता, किसी मित्र ने किसी संबंधी ने बात नहीं पूछी, क्योंकि जो जैसी संगत मिले सो तैसो फल खाए। क्योंकि संगत का असर बड़ा है। पर जदों मनुख के भाग जागते तो अरदासां बेनतियां करदा, जिवें गोपालपुर का कोड़ी सी, अरदासां कीतियां बेनतियां रजोईयां जगत दे मालिक गुरु नानक देव महाराज, जो आप निरंकार स्वरूप सतगुरु आप चल के गए, आप तारिया, कोड़ निवृत्त किया, बख्शीशां कीतियां, क्योंकि मालिक वड्डा है। काया अंदर पाप पुन दोए भारी, ये भारी ने पाप ते पुन। पर बाबा आनंद सिंह महाराज जी ने बख्शीशां करनियां, पापा नूं वड्डा ना जान, उस मालिक की बख्शिश नूं वड्डा जान। वे लकड़ां दा ढेर लगा हो, एक सीख लाइए तीली लाइए अग्नि दी राख हो जाता। एक नाम दा कणका गुरु दी बख्शिश, तत्काल तेरे पाप नाश। कोट पराधी संत संग उदरै, जम तह कै नेड़ न आवै। जन्म जन्म का विछड़िया होवै, तिन खासियों आन मिलावै। वो मिला लैंदा एक जन्म का नहीं, क्योंकि आपां तां सਦੀवी भुलण खार भुलां करदे हां। पर गुरु कैसा है, बख्शणहार दाता है। जैसा बालक भाए सुभाई, लख अपराध कमावै। कारी उपदेश झिड़के बहु भाती, बोहड़ पिता गल लावै। पिता गल नाल लाउंदा मेरा है, ताड़दा भी है, फिर गल नाल भी लाउंदा मेरा, फिर रख भी लैंदा है। दो ही मिल कै सहिटी उपाई, पाप ते पुन ये दो बीज ने, दोनों ने मिल के सहिटी उत्पन्न की है। जो सज्जन ठग दे पास पहुंचे सी सतगुरु गुरु नानक देव महाराज, बड़े यतन किए, सतगुरां ने अन्न जल छकिया ही।
ਫਿਰ ਪਾਤਸ਼ਾਹ ਦੀ ਜਦੋਂ ਨਜ਼ਰ ਪਈ ਫਿਰ ਚਾਨਾਂ ਤੇ ਢਹਿ ਪਿਆ, ਕਿਉਂਕਿ ਮਨੁੱਖ ਨੂੰ ਪਤਾ ਹੁੰਦਾ ਮੈਂ ਪਾਪੀ ਹਾਂ, ਘੋਰ ਪਾਪ ਕੀਤੇ ਨੇ, ਅਨੇਕਾਂ ਨੂੰ ਮਾਰਿਆ। ਇਹ ਜਗਤ ਦੇ ਮਾਲਕ ਨੇ। ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਰਵਾਬ ਵਜਾ, ਬਾਣੀ ਆਈ ਹੈ। ਰਵਾਬ ਵਜਾਈ, ਸ਼ਬਦ ਗਾਇਨ ਕੀਤਾ। ਸ਼ਬਦ ਵਿੱਚ ਪੰਗਤੀਆਂ ਆਉਂਦੀਆਂ ਨੇ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਸੱਜਣਾ, ਇਹ ਪਾਪ ਤੇ ਪੁੰਨ ਸਾਖੀ ਨੇ ਨਾਲ ਜਾਣੇ, ਤੇ ਲੇਖਾ ਮੰਗਿਆ ਜਾਵੇਗਾ ਦਰਗਾਹ ਵਿੱਚ, ਕੀ ਜਵਾਬ ਦੇਵੇਂਗਾ? ਚਰਨਾਂ ਤੇ ਢਹਿ ਪਿਆ। ਫਿਰ ਸਤਿਗੁਰਾਂ ਨੂੰ ਲੈ ਕੇ ਗਿਆ, ਉਸ ਖੂਹ ਨੂੰ ਦਿਖਾਇਆ ਜਿੱਥੇ ਅਨੇਕਾਂ ਨੂੰ ਮਾਰ ਕੇ ਸੁੱਟਿਆ ਸੀ, ਕਰੰਗ ਪਏ ਸੀ। ਪਾਤਸ਼ਾਹ ਕਹਿਣ ਲੱਗੇ, ਦੇਖ ਰੂਹਾਂ ਤੜਫਦੀਆਂ, ਕਿਸ ਤੋਂ ਲੇਖਾ ਲੈਣਾ? ਪਾਤਸ਼ਾਹ ਤੁਹਾਡੀ ਸ਼ਰਨ ਕਿਰਪਾ ਕਰੋ, ਹੁਣ ਬਖਸ਼ ਲਵੋ। ਤੇਰਾ ਚਾਕਰ ਖਾਂ, ਤੇਰਾ ਬਾਲਕਾ ਖਾਂ। ਫਿਰ ਸਤਿਗੁਰਾਂ ਨੇ ਉੱਥੇ ਕੀਰਤਨ ਕੀਤਾ। ਭਾਈ ਮਰਦਾਨੇ ਨੇ ਰਵਾਬ ਵਜਾਈ, ਸ਼ਬਦ ਗਾਇਨ ਹੋਏ। ਉਹਨਾਂ ਰੂਹਾਂ ਦੀ ਵੀ ਮੁਕਤੀ, ਉਹ ਸੱਜਣ ਠੱਗ ਨੂੰ ਵੀ ਤਾਰਿਆ। ਉਹ ਬਖਸ਼ੀਸ਼ਾਂ ਕੀਤੀਆਂ, ਮੰਜੀ ਥਾਪ ਦਿੱਤੀ ਕਿ ਨਾਮ ਜਪ ਤੇ ਜਪਾ, ਕਿਉਂਕਿ ਕੈਸਾ ਮਾਲਕ, ਕੈ ਸੰਤ ਬਣਾ ਦਿੱਤਾ ਸੱਜਣ ਠੱਗ ਨੂੰ, ਜਗਤ ਦੇ ਮਾਲਕ ਨੇ। ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਦੋ ਮੈਂ ਮਾਰ ਜਾਏ ਇਕਤ ਘਰ ਆਵੈ, ਗੁਰਮਤਿ ਸਹਿਜ ਸੰਭਾਵਣਿਓ। ਇਹ ਦੋਨਾਂ ਨੂੰ ਮਾਰ ਕੇ ਜਦ ਜੀਵ ਏਕਤਾ ਰੂਪ ਘਰ ਵਿੱਚ ਆ ਜਾਵੇ, ਪਾਪ ਪੁੰਨ ਦਾ ਭਾਗੀ ਨਾ ਛੱਡ ਦਵੇ ਪਾਪ ਦੇ ਪੁੰਨ, ਤਬ ਗੁਰੂ ਦੀ ਸਿੱਖਿਆ ਲੈ ਕੇ ਇਸ ਰੂਪ ਵਿੱਚ ਸਮਾ ਜਾਂਦਾ। ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਕੇ, ਪਾਤਸ਼ਾਹ ਪਾਪ ਤੇ ਪੁੰਨ ਤੋਂ ਰਹਿਤ ਹੋ ਕਰ ਜੀਵ ਕਿਵੇਂ ਸੁਖੀ ਹੁੰਦਾ ਹੈ, ਕਿਰਪਾ ਕਰੋ। ਘਰ ਹੀ ਮਾਹੇ ਦੂਜੈ ਭਾਏ ਅਨੇਰਾ, ਚਾਨਣ ਹੋਵੈ ਛੋੜੈ ਹਉਮੈ ਮੇਰਾ। ਹਿਰਦੇ ਵਿੱਚ ਹੀ ਦਵੈਤ ਭਾਵ ਦਾ ਅੰਧੇਰਾ, ਕਿਤੇ ਦੂਰ ਨਹੀਂ, ਇਸ ਤਨ ਵਿੱਚ ਹੈ। ਤੂੰ ਚਾਨਣ ਤਾਂ ਹੋਵੇ ਜੇਕਰ ਮੇਰਾ ਛੱਡ ਦਵੇ। ਮੈਂ ਮੇਰੀ ਨੇ ਦਿੱਤੀ ਤੈਨੂੰ ਵਾਹੇ ਗੁਰੂ ਤੋਂ ਦੂਰੀ। ਬਾਬਾ ਜੀ ਨੇ ਬਖਸ਼ੀਸ਼ਾਂ ਕਰਨੀਆਂ, ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ। ਭਾਈ ਇਸ ਮੈਂ ਤੇ ਮੇਰੀ ਨੇ ਵਾਹਿਗੁਰੂ ਤੋਂ ਬੜੀ ਦੂਰੀ ਦੇ ਦਿੱਤੀ, ਇਹਨੂੰ ਛੱਡ ਦੇ। ਮੈਂ ਮੇਰੀ ਨੇ ਦਿੱਤੀ ਤੈਨੂੰ ਵਾਹਿਗੁਰੂ ਤੋਂ ਦੂਰੀ, ਕਰਦੇ ਦੂਰ ਖੁਦੀ ਦਾ ਪੜਦਾ। ਦਰਜਾ ਮਿਲੇ ਹਜ਼ੂਰੀ, ਹਜ਼ੂਰੀ ਦਰਜਾ ਤਾਂ ਮਿਲੇਗਾ ਜੇ ਮੈਂ ਮੇਰੀ ਨੂੰ ਦੂਰ ਕਰੇਗਾ। ਮੈਂ ਮੇਰੀ ਨੂੰ ਮਾਰ ਕੇ ਮੁੰਝੋ ਨਿੱਕੀ ਕੁੱਟ, ਭਰੇ ਖਜ਼ਾਨੇ ਸਾਹਿਬ ਦੇ ਮਨ ਭਾਵੇ ਸੋ ਲੁੱਟ। ਖਜ਼ਾਨੇ ਤਾਂ ਭਰੇ ਪਏ ਨੇ, ਤੂੰ ਲੈਣ ਵਾਲਾ ਬਣ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਪਰ ਪਾਉਂਦਾ ਉਹੀ ਜਿਸ ਨੂੰ ਤੂੰ ਦਿੰਦਾ ਹੈ। ਇੱਥੇ ਤੇਰੀ ਰਹਿਮਤ ਬਖਸ਼ੀਸ਼, ਕਿਉਂਕਿ ਤੂੰ ਮਾਲਕ ਹੈ ਦੀਨ ਦੁਨੀਆ ਦਾ। ਪਾਤਸ਼ਾਹ ਫਰਮਾਉਂਦੇ ਨੇ, ਪ੍ਰਗਟ ਸ਼ਬਦ ਹੈ ਸੁਖ ਦਾਤਾ, ਆਨੰਦ ਨਾਮ ਤੇ ਆਵਣਿਆ। ਜਿਨ੍ਹਾਂ ਨੂੰ ਉਪਦੇਸ਼ ਮਿਲਿਆ, ਰਾਤ ਦਿਨ ਨਾਮ ਜਪਦੇ ਨੇ, ਤੇ ਇਹਨਾਂ ਨੂੰ ਸੁਖ ਦਾਤਾ ਭਾਈ ਪ੍ਰਗਟ ਹੋ ਗਿਆ। ਉਹ ਗੁਰੂ ਸ਼ਬਦ ਹੀ ਪ੍ਰਗਟ ਸੁੱਖਾਂ ਦੇ ਦੇਣ ਵਾਲਾ। ਜਿਨ੍ਹਾਂ ਨੂੰ ਗੁਰੂ ਸ਼ਬਦ ਮਿਲਿਆ ਸੋ ਰਾਤ ਦਿਨ ਨਾਮ ਜਪਦੇ, ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ। ਅੰਤਰ ਜੋਤ ਪ੍ਰਗਟ ਪਾਸਾਰਾ, ਗੁਰ ਸਾਖੀ ਮਿਟਿਆ ਅੰਧਿਆਰਾ।
ਜਿਸ ਦਾ ਪਸਾਰਾ ਪ੍ਰਗਟ, ਇਹਦੀ ਜੋਤ ਤਿੰਨਾਂ ਦੇ ਅੰਤਰ ਜਾਣ ਲਈ ਕਿ ਪਰਮੇਸ਼ਰ ਹਿਰਦੇ ਘਰ ਵਿੱਚ ਬੈਠਾ। ਗੋ ਸਿੱਖਿਆ ਕਿ ਜਿਨ੍ਹਾਂ ਦਾ ਗਿਆਨ ਅੰਧੇਰਾ ਮਿਟ ਗਿਆ, ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਤਿੰਨਾਂ ਦਾ ਹਿਰਦਾ ਰੂਪੀ ਕਮਲ ਪ੍ਰਕਾਸ਼ਵਾਨ ਹੋਇਆ, ਸਦਾ ਸੁਖ ਪਾਇਆ, ਜੋਤੀ ਵਿੱਚ ਜੋਤ ਨੂੰ ਮਿਲਾਇਆ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਸਰੀਰ ਦੇ ਅੰਦਰ ਹੀ ਖਜ਼ਾਨਾ ਅੰਤਹਿਕਰਨ ਵਿਰਾਗ ਵਿਵੇਕ ਆਦਿਕ ਸ਼ੁਭ ਗੁਣਾ ਕਰਕੇ ਭਰੇ ਪਏ ਨੇ। ਇਸ ਤਨ ਦੇ ਵਿੱਚ ਹੀ ਭਰੇ ਪਏ ਇਹਨਾਂ ਗੁਣਾ ਸਹਿਤ ਹੋ ਕੇ ਆਪਾਤ ਪਰਮੇਸ਼ਰ ਦੇ ਨਾਮ ਗੁਰੂ ਦੁਆਰਾ ਪਾਏ। ਗੁਰਮੁਖ ਵਣਜੇ ਸਦਾ ਵਾਪਾਰੀ, ਲਾਹਾ ਨਾਮ ਸਦ ਪਾਵਣਿਓ। ਗੁਰਮੁਖ ਵਪਾਰੀ ਹੋ ਕੇ ਨਾਮ ਨੂੰ ਖਰੀਦਦੇ ਨੇ, ਕਿਉਂਕਿ ਆਪਾਂ ਵਣਜ ਕਰਨੇ ਆਏ ਹਾਂ, ਵਣਜਾਰੇ ਹਾਂ। ਸਤਿਗੁਰੂ ਫਰਮਾਉਂਦੇ ਨੇ, ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਵਾਦ। ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾ। ਵਸਤੂ ਉਹ ਵਸਾਵੋ ਜੋ ਨਾਲ ਜਾਣੀ, ਚਾਹੇ ਧਨ ਮਾਇਆ ਪਦਾਰਥ ਨਹੀਂ ਨਾਲ ਜਾਣੀ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ। ਨਾਮ ਦਾ ਵਣਜ ਕਰੋ। ਬਾਬਾ ਜੀ ਨੇ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਪ ਨਾਮ ਜਪਿਆ ਔਰ ਜਪਣ ਦਾ ਉਪਦੇਸ਼ ਬਖਸ਼ਿਆ। ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਜਣਾ, ਪ੍ਰਸੰਨ ਕਰਨਾ, ਪਲੰਘਾਂ ਤੇ ਵਿਰਾਜਮਾਨ ਕਰਵਾਇਆ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਜੋ ਬਰਸੀ, ਸਾਲਾਨਾ ਬਰਸੀ 24 ਤਰੀਕ ਤੋਂ ਸ਼ੁਰੂ ਹੋ ਰਹੀ। 24 ਤੋਂ ਲੜੀਆਂ ਅਖੰਡ ਪਾਠਾਂ ਦੀ ਔਰ 26 ਨੂੰ ਭੋਗ ਪਾਏ ਜਾਵਣ, 27 ਨੂੰ ਨਗਰ ਕੀਰਤਨ, 28 ਨੂੰ ਫਿਰ ਭੋਗ ਪਾਏ ਜਾਵਣਗੇ। ਕਿਉਂਕਿ ਐਸੇ ਮਖਾਤਮਾ, ਐਸੇ ਜਨ ਰੱਬ ਦੇ, ਉਹਨਾਂ ਪ੍ਰਤੀ ਸਤਿਗੁਰਾਂ ਦੇ ਕੀ ਬਚਨ ਨੇ। ਖਾਦ ਖਾਦ ਜਨ ਦੋਈ ਏਕ ਹੈ, ਬੇਬੇ ਵਿਚਾਰ ਕਛ ਨਾਸ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾ। ਕਿਉਂਕਿ ਇੱਕ ਰੂਪ ਗੁਰੂ ਨਾਨਕ ਨਾਲ ਹੋ ਗਏ। ਰਜਾਇਆ ਆਪਣੇ ਪ੍ਰੀਤਮ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੇਨਤੀਆਂ ਜੋਈਆਂ, ਸਤਿਗੁਰੂ ਇਹ ਵੀ ਸਰੂਪ ਤੁਹਾਡਾ ਡਾਢਾ ਸੋਹਣਾ ਹੈ। ਉਸ ਸਰੂਪ ਵਿੱਚ ਦਰਸ਼ਨ ਦਿਓ, ਜਿਸ ਸਰੂਪ ਵਿੱਚ ਅਨੇਕਾਂ ਨੂੰ ਤੁਸੀਂ ਤਾਰਿਆ ਹੈ। ਆਪ ਪ੍ਰਗਟ ਹੋਏ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ, ਭਾਈ ਤੁਹਾਡੀ ਭਾਵਨਾ ਬਣ ਜਾਵੇ, ਸ਼ਰਧਾ ਬਣ ਜਾਵੇ। ਸਤਿਗੁਰੂ ਪ੍ਰਤੱਖ ਬੈਠੇ ਨੇ। ਖਲ ਵੇਖਣ ਨੂੰ ਸਭ ਕੋਈ ਲੋਚੈ, ਸੋ ਵੇਖੈ ਜੇ ਆਪ ਵੱਖਰ। ਕਿਉਂਕਿ ਗੁਰੂ ਤੋਂ ਬਿਨਾਂ ਦਰਸ਼ਨ ਨਹੀਂ। ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਬਣ ਜੇ ਸਦਾ ਵਪਾਰੀ, ਲਾਖਾ ਨਾਮ ਸਦ ਪਾਵਣਿਆ। ਗੁਰਮੁਖ ਵਪਾਰੀ ਹੋ ਕੇ ਨਾਮ ਨੂੰ ਖਰੀਦਦੇ ਨੇ। ਆਪਾਂ ਨੇ ਵੀ ਵਪਾਰੀ ਬਣਨਾ, ਨਾਮ ਦੇ ਵਪਾਰੀ। ਨਾਮ ਕਰਕੇ ਸਦੀ ਮੁਕਤੀ ਰੂਪ ਨਫਾ ਪਾਵਾਂਗੇ। ਆਪੇ ਵਤ ਰਾਖੈ ਆਪੇ ਦੇ, ਗੁਰਮੁਖ ਬਣ ਜੇ ਕੀ ਕੇ। ਆਪ ਪਰਮੇਸ਼ਰ ਨਾਮ ਰੂਪੀ ਵਸਤੂ ਗੁਰੂ ਪਾਸ ਰੱਖਦਾ ਹੈ। ਅਨਹਦ ਬਾਣੀ ਪੂੰਜੀ ਸੰਤ ਨਖਤ ਰਾਖੀ ਪੂੰਜੀ। ਨਾਮ ਦੀ ਪੂੰਜੀ ਮੇਰੇ ਪਰਮੇਸ਼ਰ ਗੁਰੂ ਨਾਨਕ ਨੇ ਸੰਤਾਂ ਨੂੰ ਸੌਂਪੀ ਹੈ ਕਿ ਤੁਸੀਂ ਨਾਮ ਜਪੋ ਤੇ ਜਪਾਵੋ। ਆਪ ਬਖਸ਼ਿਸ਼ਾਂ ਕੀਤੀਆਂ ਜਗਤ ਦੇ ਮਾਲਕ ਨੇ। ਫਿਰ ਬਾਬਾ ਜੀ ਨੇ ਜੋ ਆਪ ਗੁਰੂ ਨਾਨਕ ਬਣ ਗਏ। ਕੀ ਬਚਨ ਕੀਤੇ, ਨਾਨਕ ਸਰ ਭਗਤੀ ਦਾ ਘਰ। ਭਾਈ ਗੁਰੂ ਨਾਨਕ ਦਾ ਘਰ ਹੀ ਭਗਤੀ ਦਾ ਘਰ। ਭੰਡਾਰੇ ਭਰੇ ਪਏ ਨੇ, ਲੈ ਲਵੋ ਝੋਲੀਆਂ ਭਰ ਲਵੋ। ਕਿਉਂਕਿ ਰਹਿਣਾ ਨਾਮ ਨੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮਤਿ।
ਕਿਉਂਕਿ ਜਿਨ੍ਹਾਂ ਨੇ ਜਪਿਆ ਗੁਰੂ ਦੀ ਮੱਤ ਕਰਕੇ ਉਹ ਬਖਸ਼ੀਸ਼ਾਂ ਲੈਂਦੇ ਨੇ, ਉਹ ਜੰਮਣ ਵੰਡ ਵਿੱਚ ਨਹੀਂ ਆਉਂਦੇ। ਗੁਰੂ ਨਾਨਕ ਦੇ ਬਣ ਗਏ। ਆਪੇ ਵਤ ਰਾਖੈ ਆਪੇ ਦੇ, ਗੁਰਮੁਖ ਬਣ ਜੇ ਕੇਈ ਕੇ। ਆਪ ਪਰਮੇਸ਼ਰ ਨਾਮ ਰੂਪੀ ਵਸਤੂ ਗੁਰੂ ਪਾਸ ਰੱਖਦਾ ਹੈ। ਆਪ ਗੁਰੂ ਰੂਪ ਹੋ ਕੇ ਫਿਰ ਦਿੰਦਾ ਵੀ ਹੈ। ਗੁਰੂ ਵੀ ਆਪ ਹੈ, ਸੇਵਕ ਵੀ ਆਪ ਹੈ। ਪਰੰਤੂ ਕੋਈ ਗੁਰਮੁਖ ਹੀ ਬਣਦੇ ਨੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਓ। ਜਿਸ ਪਰ ਮੇਰਾ ਵਾਹਿਗੁਰੂ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਜ਼ਰ ਹੋ ਜਾਵੇ, ਉਹ ਗੁਰੂ ਨੂੰ ਪਾਉਂਦਾ। ਜਿਸ ਪਰ ਗੁਰੂ ਕਿਰਪਾ ਕਰਦੇ ਨੇ, ਸੋ ਨਾਮ ਮਨ ਵਿੱਚ ਵਸਾ ਲੈਂਦਾ ਹੈ, ਤਰ ਜਾਂਦਾ ਹੈ। ਮਾਝ ਮਹੱਲਾ ਤੀਜਾ। ਹਰ ਆਪੇ ਮੇਲੇ ਸੇਵਕ ਰਾਏ, ਗੁਰ ਕੈ ਸ਼ਬਦ ਭਾਉ ਦੂਜੈ ਜਾਏ। ਜੋ ਵਾਹਿਗੁਰੂ ਨੇ ਆਪ ਗੁਰੂ ਦੇ ਸਾਥ ਮਿਲਾਏ ਨਹੀਂ ਪਾਈ, ਇਹਨਾਂ ਸੇ ਗੁਰੂ ਦੀ ਸੇਵਾ ਵੀ ਆਪ ਕਰਵਾਉਂਦਾ ਹੈ। ਆਪ ਸੇਵਾ ਵਿੱਚ ਲਾਉਂਦਾ, ਕੁਝ ਦੇਣਾ ਹੈ ਤਾਂ ਲਾਉਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਸੇਵਾ ਦੇ ਪੁੰਜ, ਨਿਮਾਣਤਾ ਨਿਮਰਤਾ ਦੇ ਪੁੰਜ, ਸਹਿਣਸ਼ੀਲਤਾ ਦੇ ਮਾਲਕ, ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ। ਜਿਨ੍ਹਾਂ ਨੇ ਅਥਾਹ ਸੇਵਾ ਕੀਤੀ, ਕਿਸੇ ਨੇ ਕੁਝ ਕਹਿਣਾ, ਕਿਸੇ ਨੇ ਕੁਝ ਕਹਿਣਾ, ਪਰ ਗੁਰੂ ਸਮਰੱਥ ਹੈ। ਪਾਤਸ਼ਾਹ ਫਰਮਾਉਂਦੇ ਨੇ, ਹਰੇ ਆਪੇ ਮੇਲੇ ਸੇਵ ਕਰਾਏ, ਆਪ ਕਰਾਉਂਦਾ ਸੇਵਾ। ਪਾਤਸ਼ਾਹ ਦੀ ਬਾਣੀ ਵਿੱਚ ਇਹ ਬਚਨ ਨੇ, ਸਤਿਗੁਰਾਂ ਨੇ ਆਪ ਕਹੇ, ਆਪੇ ਸੇਵਾ ਲਾਏ, ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਖਬਰ ਵੀ ਲੈਂਦਾ ਕਿ ਮੇਰਾ ਹੈ, ਫਿਰ ਬਖਸ਼ਿਸ਼ਾਂ ਵੀ ਕਰਦਾ ਹੈ। ਨਿਮਾਣਿਆਂ ਨੂੰ ਮਾਣ, ਨਤਾਣਿਆਂ ਨੂੰ ਤਾਣ, ਨਥਾਵਿਆਂ ਦਾ ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ ਕਰ ਦਿੰਦਾ ਹੈ। ਕਿਉਂਕਿ ਮਾਲਕ ਵੱਡਾ ਹੈ। ਗੁਰੂ ਦੇ ਉਪਦੇਸ਼ ਕਰਕੇ ਦਵੈਤ ਭਾਉ ਚਲਾ ਜਾਂਦਾ ਹੈ। ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮਹਿ ਆਪ ਸੰਭਾਵਣਿਓ। ਮੇਰਾ ਵਾਹਿਗੁਰੂ ਜੋ ਨਿਰਮਲ ਹੈ, ਸਦਾ ਸ਼ੁਭ ਗੁਣਾਂ ਦਾ ਭਾਈ, ਉਹ ਦਾਤਾ ਹੈ। ਇਸ ਵਾਹਿਗੁਰੂ ਦੇ ਗੁਣਾਂ ਵਿੱਚ ਆਪੇ ਸੇਵਕ ਸਮਾ ਗਏ, ਨਾਮ ਜਪ ਕੇ। ਗੁਣਾਂ ਵਾਲਿਆਂ ਨੇ ਪਰਮੇਸ਼ਰ ਨੂੰ ਪਾਇਆ ਹੈ। ਹੋ ਵਾਰੀ ਜੀਓ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸਬਦੀ ਮਨ ਵਸਾਵਣਿਓ। ਜੋ ਨੇਚੇ ਕਰਕੇ ਸੱਚੇ ਨੂੰ ਹਿਰਦੇ ਵਿੱਚ ਵਸਾਉਂਦੇ ਨੇ, ਮੈਂ ਤਿੰਨਾਂ ਦੇ ਮਨ ਤਨ ਕਰਕੇ ਬਾਹਰ ਨਹੀਂ ਜਾਂਦਾ। ਬੋਲੇ ਖਾਦ ਖਾਂ ਸੱਚਾ ਨਾਮ ਸਦਾ ਨਿਰਮਲ ਹੈ ਪਾਏ। ਤੋ ਗੁਰੂ ਦੇ ਉਪਦੇਸ਼ ਵਾਲਿਆਂ ਨੇ ਮਨ ਵਿੱਚ ਵਸਾ ਲਿਆ। ਆਪੇ ਗੁਰ ਦਾਤਾ ਕਰਮ ਵਧਾਤਾ, ਸੇਵਕ ਸੇਵੈ ਗੁਰਮੁਖ ਹਰਿ ਜਾਤਾ। ਆਪ ਹੀ ਕਰਮ ਫਲ ਪ੍ਰਦਾਤਾ ਹੈ। ਕੈਸੇ? ਵੱਡਾ ਗੁਰੂ ਹੈ, ਵੱਡਾ ਮਾਲਕ ਹੈ, ਆਪ ਬਖਸ਼ੀਸ਼ਾਂ ਕਰਦਾ ਹੈ, ਤਾਰਦਾ ਹੈ। ਜੋ ਸੇਵਕ ਹੋ ਕੇ ਜਪਦੇ ਨੇ, ਅਰਾਧਦੇ ਨੇ, ਇਹਨੇ ਗੁਰਮੁਖਾਂ ਨੇ ਤੇ ਸਵਾਹਿ ਗੁਰੂ ਨੂੰ ਭਾਈ ਜਾਣ ਲਿਆ। ਅੰਮ੍ਰਿਤ ਨਾਮ ਸਦਾ ਜਨ ਸੋਹੇ, ਗੁਰਮਤਿ ਹਰ ਰਸ ਪਾਵਣਿਆ। ਪਾਤਸ਼ਾਹ ਫਰਮਾਉਂਦੇ ਨੇ, ਅੰਮ੍ਰਿਤ ਰੂਪ ਨਾਮੀ ਨੂੰ ਪਾ ਕੇ ਸਦਾ ਭਗਤ ਜਨ ਸੋਭਦੇ ਨੇ, ਸੋਭਾ ਪਾਉਂਦੇ ਨੇ। ਗੁਰੂ ਨਾਨਕ ਦੇ ਘਰੋਂ ਬਖਸ਼ੀਸ਼ਾਂ ਲੈ ਲੈਂਦੇ। ਉਹ ਵੱਡਾ ਮਾਲਕ ਸਮਰੱਥ ਹੈ, ਆਪ ਬਖਸ਼ੀਸ਼ਾਂ ਦਿੰਦਾ ਹੈ, ਆਪ ਤਾਰਦਾ ਹੈ। ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਜੀਵਨ ਮੁਕਤ ਹੋ ਗਏ ਵਿਚਰਦੇ ਵਿਚਰਦੇ।
ਪੂਰੇ ਗੁਰੂ ਦੀ ਸਿੱਖਿਆ ਲੈ ਕੇ ਹਰੀ ਰਸ ਨੂੰ ਪਾ ਲੈਂਦੇ ਨੇ। ਇਸ ਗੁਫਾ ਮਹਿ ਇੱਕ ਥਾਨ ਸਹਾਇਆ, ਪੂਰੇ ਗੁਰ ਹਉ ਮੈਂ ਭਰਮ ਚੁਕਾਇਆ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਇਸ ਗੁਫਾ ਮਹਿ ਇੱਕ ਥਾਨ ਸੁਹਾਇਆ, ਪੂਰੇ ਗੁਰ ਖੌਮੈ ਭਰਮ ਚੁਕਾਇਆ। ਇਸ ਦੇਹ ਗੁਫਾ ਵਿੱਚ ਅੰਤਹਿਕਰਨ ਰੂਪੀ ਇੱਕ ਥਾਨ ਸੋਭ ਰਿਹਾ। ਪੰਜ ਭੂਤਾਂ ਦੀ ਮਿਸਤ ਸਤੋ ਅੰਸ਼ ਸੇ ਉਤਪਤੀ ਹੈ। ਅੰਤਹਿਕਰਨ ਦੀ ਇਸ ਤੇ ਸੋਭ ਨਹੀਂ ਕਿਹਾ। ਇਸ ਵਿੱਚ ਸੋ ਪੂਰੇ ਗੁਰੂ ਨੇ, ਜਿਨ੍ਹਾਂ ਦਾ ਖੰਤਾ ਮਮਤਾ ਉਹਨਾਂ ਭਰਮ ਉਠਾ ਦਿੱਤਾ, ਉਹਨਾਂ ਤੇ ਬਖਸ਼ੀਸ਼ਾਂ ਹੋ ਗਈਆਂ। ਆਨ ਦਿਨ ਨਾਮ ਸਲਾਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰੂ ਫਰਮਾਉਂਦੇ ਨੇ, ਸੋ ਰਾਤ ਦਿਨ ਪ੍ਰੇਮ ਦੇ ਵਿੱਚ ਰਤੇ ਹੋਏ, ਰੰਗੇ ਹੋਏ ਮੇਰੇ ਗੁਰੂ ਨਾਨਕ ਦੇ ਨਾਮ ਜਪਦੇ ਨੇ। ਟੇਕ ਗੁਰੂ ਨਾਨਕ ਦੀ ਹੈ। ਐਸੇ ਜੋ ਗੁਰੂ ਨੇ, ਤਿਨਾਂ ਦੀ ਕਿਰਪਾ ਤੇ ਨਾਮ ਪਾਇਆ ਜਾਂਦਾ ਹੈ। ਗੁਰ ਕੈ ਸਬਦਿਓ ਗੁਫਾ ਵਿਚਾਰੇ, ਨਾਮ ਨਰਿੰਜਨ ਅੰਤਰ ਵਸੈ ਮੁਰਾਰੇ। ਗੁਰੂ ਦੀ ਉਪਦੇਸ਼ ਕਰਕੇ ਇਸ ਗੁਫਾ ਵਿੱਚ ਐਸਾ ਵਿਚਾਰ ਐਸਾ ਵਿਚਾਰੀ ਹੋਵੇ ਜਿਸ ਦਾ ਨਾਮ ਮੁਰਾਰੀ ਹੈ, ਕਿਉਂਕਿ ਉਹ ਆਪ ਨਿਰੰਕਾਰ ਪ੍ਰਭੂ ਹੈ। ਸਰਬ ਕਲਾ ਸਮਰੱਥ ਮੇਰਾ ਗੁਰੂ ਨਾਨਕ ਹੈ, ਆਪਣੇ ਜਨਾਂ ਦੀ ਆਪ ਰੱਖਦਾ ਹੈ। ਸੋ ਅੰਤਰ ਹੀ ਵਸਦਾ, ਕਿਤੇ ਦੂਰ ਨਹੀਂ ਰਹਿੰਦਾ। ਆਪਣੇ ਜਨਾਂ ਦੀ ਫਰਿਆਦ ਬੇਨਤੀ ਵੀ ਸੁਣਦਾ ਹੈ। ਹਰਿ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੇ ਉਪਦੇਸ਼ ਕਰਕੇ ਵਾਹਿਗੁਰੂ ਦੇ ਗੁਣ ਸੋਭਨੀਕ ਗਾਉਂਦਾ ਹੈ। ਪਿਆਰੇ ਦੇ ਸਾਥ ਮਿਲ ਕੇ ਸੁਖ ਪਾਇਆ ਹੈ। ਜਮ ਜਾਗਾਤੀ ਦੂਜੈ ਭਾਏ ਘਰ ਲਾਏ, ਨਾਵੋਂ ਭੂਲੇ ਦੇਸ ਜਾਏ। ਜਮ ਰੂਪ ਜਗਾਤੀਆ ਦੂਜੇ ਭਾਵ ਵਾਲਿਆਂ ਪਰ ਡੰਡ ਲਾਉਂਦਾ, ਕਿਉਂਕਿ ਜਮਾਂ ਦੀ ਮਾਰ ਬੜੀ ਬੁਰੀ ਹੈ, ਸਹਾਰੀ ਨਹੀਂ ਜਾਣੀ। ਨਾਮ ਤੋਂ ਭੁੱਲਿਆ ਹੋਇਆਂ ਨੂੰ ਡੰਡ ਦਿੰਦਾ ਹੈ, ਜੋ ਨਾਮ ਨਹੀਂ ਜਪਦੇ। ਪਰਮੇਸ਼ਰ ਮੇਰੇ ਵਾਹਿਗੁਰੂ ਤੋਂ ਬੇਮੁਖ ਨੇ। ਘੜੀ ਮੌਤ ਕਾ ਲੇਖਾ ਲੇਵੈ, ਰਤਿਓਂ ਵਾਸਾ ਤੋਲ ਕਢਾਵਣਿਆ। ਕੈਸਾ ਗੁਰੂ ਨਾਨਕ। ਪਾਤਸ਼ਾਹ ਦੇ ਬਚਨ ਭਾਈ ਤਿੰਨ ਕਾਲ ਸੱਤ ਨੇ। ਜਮਦੂਤ ਦੂਜੇ ਭਾਵ ਵਾਲੇ ਖੋਟੇ ਕਰਮਾਂ ਵਾਲਿਆਂ ਨੂੰ ਮਨ ਮੁੱਖਾਂ ਦਾ ਘੜੀ ਅੱਧੀ ਘੜੀ ਦਾ ਲੇਖਾ, ਰੱਤੀ ਮਾਸਾ ਤੋਲਾ ਹਿਸਾਬ, ਥੋੜ੍ਹਾ ਬਹੁਤਾ ਜੋ ਪਾਪ ਪੁੰਨ ਕੀਤਾ ਹੋਇਆ, ਥੋੜ੍ਹਾ ਬਹੁਤਾ ਵੀ ਪਾਪ ਕੀਤਾ ਸੋ ਵੀ ਲੈਂਦਾ ਹੈ ਕਿ ਹਿਸਾਬ ਦੇ, ਕਿਉਂਕਿ ਉੱਥੇ ਦੇਣਾ ਪੈਣਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਮਤ ਕਹਿ ਕੁਝ ਨਹੀਂ ਹੁੰਦਾ। ਜਗਤ ਵਿੱਚ ਵਿਚਰ ਲੈ ਜੋ ਆਏ ਕਰ ਲੈ, ਪਰ ਉਹ ਮਨਮੁਖ ਸਾਕਤ ਪੁਰਸ਼ ਇਹ ਨਹੀਂ ਜਾਣਦੇ, ਜਿਸ ਦਾਤੇ ਮੇਰੇ ਪਰਵਰਦਗਾਰ ਨੇ ਸੁੰਦਰ ਤਨ ਦੀ ਰਚਨਾ ਕੀਤੀ, ਤੈਨੂੰ ਮਾਤ ਲੋਕ ਤੇ ਭੇਜਿਆ। ਸੁੱਖ ਆਰਾਮ ਭੋਗ ਦਿੱਤੇ, ਜੋ ਤੂੰ ਮੰਗਿਆ ਤੈਨੂੰ ਮਿਲਿਆ, ਪਰ ਤੂੰ ਬੇਮੁਖ ਹੋ ਗਿਆ ਉਸ ਦਾਤੇ ਤੋਂ। ਤੇ ਪੁੱਛਿਆ ਜਾਵੇਗਾ ਕੀ ਖੱਟ ਕੇ ਲਿਆ, ਕੀ ਗਵਾਇਆ। ਅਮੋਲਕ ਸਵਾਸ ਵਿਅਰਥ ਗਵਾ ਦਿੱਤੇ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ।
क्योंकि सतसंगी जनों बही ते लिखिया जाता है। जो लेखा है, जो दिन विच आपां विचरदे, रात किवें गुजरी, दिन किवें बतीत होया, की विखार धंधे की बोल बोले। गुरु नानक देव महाराज जी ਤਾਂ ਇਹ ਵੀ ਬਚਨ ਕਹਿੰਦੇ ਨੇ ਪਿਆਰੇ ਆ, ਸੋਚ ਕੇ ਬੋਲੀ ਮਤ ਮੇਰੇ ਪ੍ਰਭੂ ਦੀ ਨਾਰਾਜ਼ਗੀ ਲੈ ਲਵੀਂ। ਮੋਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆ। ਵਿਚਾਰ ਕੇ ਬੋਲੀ, ਕਿਉਂਕਿ ਤੇਰੇ ਬੋਲ ਨੂੰ ਉਹ ਸੁਣਦਾ ਹੈ। ਉਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਉਸ ਵਾਹਿਗੁਰੂ ਤੋਂ ਤੂੰ ਛੁਪਾ ਨਹੀਂ ਸਕਦਾ, ਜਗ ਤੋਂ ਛੁਪਾ ਲਵੇਂਗਾ। ਬੜਾ ਚਤਰ ਸਿਆਣਾ ਬਣ ਕੇ, ਪਰ ਚਤਰਾਈਆਂ ਸਿਆਣਪਾਂ ਕਿਤੇ ਕੰਮ ਨਹੀਂ ਆਉਣੀਆਂ। ਵੱਡੇ ਵੱਡੇ ਰਾਜੇ ਜਗਤ ਵਿੱਚ ਹੋਏ ਨੇ, ਕੌਰੂ ਬਾਦਸ਼ਾਹ ਵਰਗੇ, ਰਾਵਣ ਵਰਗੇ। ਕੌਰੂ ਬਾਦਸ਼ਾਹ ਤਾਂ ਬਖਸ਼ੀਸ਼ਾਂ ਮਿਲ ਗਈਆਂ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਰਿਆ, ਤਰ ਗਿਆ। ਰਾਵਣ ਰਾਜਾ ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਮੂਰਖ ਆਖਿਆ ਕਿ ਐਸਾ ਕੰਮ। ਕਿੱਡਾ ਵਿਦਵਾਨ, 4 ਵੇਦਾਂ ਦਾ ਗਿਆ। 1 ਲੱਖ ਭੂਤ 1.25 ਲੱਖ ਨਾਤੀ, ਤਹਿ ਰਾਵਣ ਕਰ ਦੀਆ ਨਾ ਬਾਤੀ। ਚੰਦ ਸੂਜ ਜਾ ਕੇ ਤਪਤ ਰਸੋਈ, ਵੈ ਸੰਤਰੇ ਜਾ ਕੇ ਕਪਰੇ ਧੋਈ। ਕੋਈ ਦੀਵਾ ਬਾਲਣ ਵਾਲਾ ਵੀ ਨਹੀਂ, ਕਿਉਂਕਿ ਉਸ ਦਾਤੀ ਨੂੰ ਕੌਣ ਜਾਣੇ। ਜੋ ਮਨ ਚਿਤ ਨਾ ਚੇਤੇ, ਸੰਸੋ ਗਾਲੀ ਰੱਬ ਕਿਉਂ ਰੱਬ ਕਰ ਦਿੰਦਾ। ਮਨੁੱਖ ਬੜਾ ਕੁਝ ਕਰਦਾ, ਮੈਂ ਇੰਝ ਕਰਦਾ ਵਾਂਗਾ ਇੰਝ ਹੋਵੇਗਾ, ਪਰ ਉਸ ਦਾਤੀ ਨੂੰ ਕੌਣ ਜਾਣੇ। ਕਿਉਂਕਿ ਉਹ ਤਾਂ ਆਦਿ ਪੁਰਖ ਹੈ, ਜਗਤ ਗੁਰੂ ਹੈ। ਬਾਬਾ ਜੀ ਨੇ ਬਖਸ਼ੀਸ਼ਾਂ ਕੀਤੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਗੁਰੂ ਨਾਨਕ 10 ਪਾਤਸ਼ਾਹੀਆਂ ਅੱਜ ਦਾ ਹਜ਼ੂਰ ਨੇ। ਤੁਹਾਡੀ ਭਾਵਨਾ ਬਣ ਜਾਵੇ, ਸ਼ਰਧਾ ਬਣ ਜਾਵੇ, ਬਖਸ਼ੀਸ਼ਾਂ ਲੈ ਲਵੋ। ਸਤਿਗੁਰੂ ਫਰਮਾਉਂਦੇ ਨੇ, ਘੜੀ ਮੋਹਤ ਕਾ ਲੇਖਾ ਲੇਵੈ, ਰਤੀਓ ਮਾਸਾ ਤੋਲ ਕਢਾਵਣਿਆ। ਰਤੀ ਮਾਸਾ ਵੀ ਐਸਾ ਵੀ ਤੇਰਾ ਪਾਪ ਕੀਤਾ। ਮਨੁੱਖ ਸੁਤੇ ਝੂਠ ਬੋਲ ਦਿੰਦਾ, ਉਸਨੂੰ ਪਾਪ ਨਹੀਂ ਸਮਝਦਾ। ਸੁਤੇ ਕਹਿੰਦਾ ਵੀ ਝੂਠ ਤੋਂ ਬਿਨਾਂ ਗੁਜ਼ਾਰਾ ਨਹੀਂ, ਪਰ ਪਾਤਸ਼ਾਹ ਕਹਿੰਦੇ ਨੇ ਉਹ ਵੀ ਪਾਪ ਹੈ ਜੋ ਹੋਰ ਪਾਪ ਨੇ। ਭਾਈ ਮੂਲੇ ਖੱਤਰੀ ਨੇ ਝੂਠ ਹੀ ਬੋਲਿਆ ਸੀ, ਮੋਹ ਵਿੱਚ ਆ ਗਿਆ, ਜਨਮਾਂ ਦੀ ਤਰੀਕ ਪੈ ਗਈ। ਜਦੋਂ ਸਤਿਗੁਰਾਂ ਦੇ ਪਾਸ ਲੈ ਕੇ ਆਏ ਸੰਬੰਧੀ, ਬੜਾ ਵਿਰਾਗ ਬੇਨਤੀਆਂ ਅਰਜ਼ੋਈਆਂ। ਪਾਤਸ਼ਾਹ ਕਹਿਣ ਲੱਗੇ, ਸਾਡੇ ਨਾਲ ਰਿਹਾ, ਇਸ ਨੂੰ ਪਤਾ ਸੀ, ਪਤਾ ਹੁੰਦਿਆਂ ਹੋਇਆ। ਮਨ ਜਾਣੇ ਸਭ ਜਾਤ, ਜਾਣਤ ਹੀ ਔਗਣ ਕਰੇ। ਕਾਹੀ ਕੀ ਕੁਸਲਾਤ ਖਾਤ ਦੀਪ ਕੂਏ ਭਰੇ। ਹੱਥ ਵਿੱਚ ਦੀਵਾ ਫਿਰ ਖੂਹ ਵਿੱਚ ਡਿੱਗਦਾ। ਅੱਛਾ, ਅੱਗੇ ਬੜੀਆਂ ਬੇਨਤੀਆਂ, ਸਤਿਗੁਰੂ ਬਖਸ਼ ਲਵੋ, ਅਸੀਂ ਤਾਂ ਭੁੱਲਣ ਖਾਰ ਹਾਂ। ਪਾਤਸ਼ਾਹ ਕਹਿਣ ਲੱਗੇ, ਭਾਈ ਹੁਣ 10ਵੇਂ ਜਾਮੇ ਵਿੱਚ ਬਖਸ਼ਾਂਗੇ। ਫਿਰ ਬਖਸ਼ਿਆ ਭਾਈ ਮੂਲੇ ਖੱਤਰੀ ਨੂੰ, ਸਭਨਾਂ ਨੂੰ ਪਤਾ। ਸ੍ਰੀ ਹਜ਼ੂਰ ਸਾਹਿਬ ਦੇ ਨਜ਼ਦੀਕ ਉਹ ਗੁਰਦੁਆਰਾ ਬਣਿਆ, ਤੇ ਸ਼ਹੀਦੀ ਜੂਨੀ ਵਿੱਚ ਮੇਰੇ ਕਲਗੀਧਰ ਮਹਾਰਾਜ 10ਵੇਂ ਗੁਰੂ ਨਾਨਕ ਪਾਤਸ਼ਾਹ ਨੇ ਉਧਾਰ ਕੀਤਾ ਭਾਈ ਮੂਲੇ ਖੱਤਰੀ ਦਾ। ਕਿਉਂਕਿ ਉਹ ਮਾਲਕ ਵੱਡਾ ਸਮਰੱਥ ਹੈ, ਤਾਲਦਾ ਹੈ ਆਪਣੇ ਜਨਾਂ ਨੂੰ, ਜੋ ਬਣ ਜਾਵੇ ਉਸ ਦਾ। ਭੀੜ ਪਿਰ ਚੇਤੈ ਨਾਹੀ, ਦੂਜੈ ਮੁੱਠੀ ਰੋਵੈ ਤਾਹੀ। ਪੇਕੇ ਇਸ ਲੋਕ ਵਿੱਚ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਜਪਦੀ ਨਹੀਂ, ਸਿਮਰਦੀ ਨਹੀਂ। ਵੈ ਤੂੰ ਭਾਵ ਕਰਕੇ ਠੱਗੀ ਹੋਈ ਧਾਹਾਂ ਮਾਰ ਕੇ ਰੋਂਦੀ ਹੈ। ਸੁਤੇ ਰੋਂਦਾ ਹੈ ਮਨੁੱਖ, ਕਿਉਂਕਿ ਨਾਮ ਨਹੀਂ ਜਪਿਆ, ਨਾਮ ਤੋਂ ਦੂਰ ਹੈ।
ਕਰੀ ਕੁਆਲਿਓ ਕਰੂਪ ਕੋ ਲਖਣੀ, ਸੁਪਨੈ ਫਿਰ ਨਹੀਂ ਪਾਵਣਿਆ। ਅਤੀ ਨਿੰਦਤ ਹੈ, ਪਾਤਸ਼ਾਹ ਫਰਮਾਉਂਦੇ ਨੇ, ਕਰੂਪ ਹੈ, ਮਤ ਕੋਈ ਸੁੰਦਰ ਕਹੇ ਐਸੀ ਇਸਤਰੀ ਨੂੰ, ਜਿਸਦੀ ਹਿਰਦੇ ਦੀ ਸਫਾਈ ਨਹੀਂ, ਖੋਟ ਹੈ, ਹਿਰਦਾ ਮਲੀਨ ਹੈ, ਦੂਜੇ ਭਾਵ ਦੇ ਖੋਟੇ ਵਿਚਾਰ ਦਿਨ ਰਾਤ ਚੱਲਦੇ, ਉਹ ਨਿੰਦਤ ਹੈ। ਤੇ ਖੋਟੇ ਲੱਖਣਾਂ ਵਾਲੀ ਨੂੰ ਸੁਪਨੇ ਵਿੱਚ ਵੀ ਪਤੀ ਨਹੀਂ ਪਾਉਂਦੀ, ਉਸਨੂੰ ਸੁਪਨੇ ਵਿੱਚ ਵੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਸੁਪਨੇ ਫਿਰ ਨਹੀਂ ਪਾਵਣਿਆ, ਪਈੜਾ ਪੈਰ ਮਨ ਵਸਾਇਆ, ਪੂਰਾ ਗੁਰ ਹਦੂਰ ਦਿਖਾਇਆ। ਜਿਸਨੇ ਇਸ ਲੋਕ ਵਿੱਚ ਪਤੀ ਪਰਮੇਸ਼ਰ ਗੁਰੂ ਨਾਨਕ ਨੂੰ ਮਨ ਵਿੱਚ ਵਸਾ ਲਿਆ, ਜਪਦੇ ਨੇ ਨਾਮ ਨੂੰ, ਪੂਰੇ ਗੁਣਾਂ ਨੇ ਹਦੂਰ ਦਿਖਾ ਦਿੱਤਾ। ਪੂਰੇ ਗੁਰੂ ਦੀ ਬਖਸ਼ਿਸ਼ ਹੋਈ, ਪੂਰੇ ਗੁਰ ਕਾ ਸੁਨਿਆ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇਖ। ਨਿਕਟ ਦੇਖੇਗਾ ਜੇ ਪੂਰੇ ਗੁਰੂ ਦੇ ਬਚਨ ਸੁਣ ਲਵੇ, ਗੁਰੂ ਵਾਲਾ ਬਣ ਜਾਵੇ। ਜੋ ਕਲਗੀਧਰ ਮਹਾਰਾਜ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨ ਨੇ, ਠੰਡੇ ਵਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪੀਵੋ ਭੌਲ ਖੰਡ ਧਾਰ, ਹੋਏ ਜਨਮ ਸੁਹੇਲਾ, ਤੁਹਾਡਾ ਜਨਮ ਸਫਲ ਹੋਵੇਗਾ। ਜਿਸ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਲੋਚਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸਾਨੂੰ ਗੁਰੂ ਨੇ ਬਖਸ਼ਿਆ, ਕਿਉਂ ਵਾਂਝੇ ਰਹੀਏ, ਕਿਉਂ ਨਾ ਗੁਰੂ ਵਾਲੇ ਬਣੀਏ, ਕਿਉਂਕਿ ਗੁਰੂ ਤੋਂ ਬਿਨਾਂ ਗਤ ਹੀ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਗੁਰੂ ਧਾਰਨ ਕੀਤਾ, ਬਿਰਧ ਦੀ ਅਵਸਥਾ ਵਿੱਚ, ਤੇ ਕੁੜਮਾਂ ਦਾ ਸਾਕ ਸੀ, ਫਿਰ ਟਹਿਲ ਵੀ ਸੇਵਾ ਵੀ ਕੀਤੀ। ਤੀਜੇ ਗੁਰੂ ਨਾਨਕ ਬਣੇ, ਆਪਣੀ ਬਾਣੀ ਵਿੱਚ ਇਹ ਬਖਸ਼ਿਸ਼ਾਂ ਕਰਦੇ ਨੇ ਪਾਤਸ਼ਾਹ। ਪਈ ਅੜੈ ਪਿਨ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ। ਇਸ ਲੋਕ ਵਿੱਚ ਪਤੀ ਨੂੰ ਮਨ ਵਿੱਚ ਵਸਾ ਲਿਆ, ਪਰਮੇਸ਼ਰ ਗੁਰੂ ਨੂੰ ਪੂਰੇ ਗੁਰੂ ਨੇ ਹਦੂਰ ਦਿਖਾ ਦਿੱਤਾ। ਕਾਮਣ ਪਿਰ ਰਾਖਿਆ ਕੰਠ ਲਾਏ, ਸਭ ਦੀ ਪਿਰ ਰਾਵੈ ਚੀਜ ਸੁਹਾਵਣਿਓ। ਇਸ ਜੀਵ ਰੂਪ ਇਸਤਰੀ ਨੇ ਪਤੀ ਨੂੰ ਕੰਠ ਨਾਲ ਲਾ ਕੇ ਰੱਖਿਆ, ਅਭੇਦ ਚਿੰਤਨ ਕਰਦੀ ਜਪਦੀ ਜੀਵ ਰੂਪ ਇਸਤਰੀ, ਕਿਉਂਕਿ ਆਪਾਂ ਇਸਤਰੀ ਦੀ ਨਿਆਈ ਪੁਰਖ ਪਰਮਾਤਮਾ ਗੁਰੂ ਨਾਨਕ ਹੈ, ਔਰ ਗੁਰੂ ਦੇ ਉਪਦੇਸ਼ ਕਰਕੇ ਪਤੀ ਦੇ ਆਨੰਦ ਨੂੰ ਭੋਗਦੀ ਹੈ, ਤੇ ਇਸ ਦੀ ਅੰਤਹਿਕਰਨ ਰੂਪੀ ਸੇਜਾ ਫਿਰ ਸੋਭਦੀ ਹੈ। ਆਪੇ ਦੇਵੈ ਸਾਧੂ ਬੁਲਾਏ, ਆਪਣਾ ਨਾਉ ਮਨ ਵਸਾਏ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ। ਆਪ ਹੀ ਬੁਲਾ ਕੇ ਸੇਠਤਾ ਦਿੰਦਾ ਹੈ, ਆਪ ਸਤ ਸੰਗਤ ਵਿੱਚ ਆਪ ਬੁਲਾਉਂਦਾ, ਜਿਸ ਨੂੰ ਦੇਣਾ ਹੈ ਦੇਵੀ ਗੁਣ ਬਖਸ਼ਦਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇਹ ਸੰਗਤ ਇੰਝ ਨਹੀਂ ਆਪਾਂ ਨੂੰ ਪ੍ਰਤੀਤ ਹੋ ਜਾਂਦੀ, ਇੰਝ ਨਹੀਂ ਮਿਲ ਜਾਂਦੀ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਭਾਗਾਂ ਤੋਂ ਹੀਣਾ ਮਨੁੱਖ ਭਰਮ ਦੀਆਂ ਚੋਟਾਂ ਖਾਂਦਾ, ਪਰ ਸੰਗਤ ਨਸੀਬ ਨਹੀਂ ਹੁੰਦੀ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ, ਬਿਨਾਂ ਭਾਗਾਂ ਤੋਂ ਸੰਗਤ ਨਹੀਂ। ਪਰ ਬਾਬਾ ਜੀ ਨੇ ਬਖਸ਼ੀਸ਼ਾਂ ਕਰਨੀਆਂ, ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ। ਭਾਈ ਭਾਗ ਬਣਾਵੋ, ਉਦਮ ਕਰਤ ਆਨੰਦ ਪਾਇਆ, ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਉਦਮ ਕਰੇਂਦੇ ਆ ਜੀਓ ਤੂੰ, ਕਮਾਵਦੇ ਆ ਸੁਖ, ਧਿਆਈਂਦੇ ਆ ਤੂੰ ਪ੍ਰਭੂ ਬੁਲ ਨਾਨਕ ਉਤਰੀ। ਜੇ ਉਦਮ ਕਰੇਗਾ ਤੇਰੇ ਭਾਗ ਬਣਨਗੇ, ਗੁਰੂ ਨਾਨਕ ਦੇ ਘਰ ਆਵੇਗਾ। ਸੇਵਾ ਤੇ ਸਿਮਰਨ ਕਰੇਗਾ,
क्योंकि गुरु नानक दा घर कैसा है, जिथे कोड़ियां दे कोड़ नवैत खिन पल विच हो जाते। कैसा दाता, कोई पुन्नी आया पापी आया, तारदा है मेरा गुरु नानक। जो शरण आवे तिस कंठ लावे, इहो बिरद स्वामी संदा। जो भी शरण विच आया मेरा सतगुरु कंठ नाल लाउंदा। बाबा जी ने बख्शीशां करनियां, धन धन बाबा ईसर सिंह महाराज जी ने। भाई ढैण विच देरी है, बख्शण विच देरी नहीं। तू सच्चे हिरदे नाल ढै पै, बेनती कर, हे मेरे गुरु नानक, मंदा हां चंगा हां तेरा हां, अपने बना के रख लो। तन मन धन सब सौंप गुर को, अपना आप गुरु नूं भेटा कर, कि तन भी तेरा मन भी धन पदार्थ साग संबंधी सब कुछ तेरे ने, मेरा तो कुछ भी नहीं। भगत कबीर जी ने बचन कहे ने, कबीर मेरा मुझ में किश नहीं, जो किश है सो तेरा, तेरा तुझको सौंपते क्या लाग है मेरा। हे प्रभु मेरा तो कुछ भी नहीं, तेरा सी तैनू अर्पण कर दिता। भगत संधे नाल बड़ियां विचारां होईयां, जदों बुੱਝ विच रहण रहे सन भगत सध ने। प्रभु अगे बेनतियां कीतियां, प्रभु मेरा कोई दोष नहीं, यही विचार होए बाद विच उतार देवांगे। प्रभु मृतक दे विचों नौका बेड़ी मिल जावे फिर कहदा करना। कई बचन होए, अखीलियां पंक्तियां विच बचन कहे, हे मेरे प्रभु मैं नाही कछ हो नहीं, किस आहे ना मोरा। औसर लज्जा राख ले, सदना जन तोरा। मैं तो तेरा खां, मैं नाही कछ हो नहीं, किस आहे ना मोरा। औसर लज्जा राख ले, सदना जन तोरा। पातशाह प्रतख प्रगट होए जगत दे मालिक, राजे नूं इटां बजियां बुझ, ढै ढेरी हो गया खिन पल, सब अचरज हो गया, सच सामने आ गया। क्योंकि वो मालिक वड्डा है, आपे देवै सद बुलाए, अपना नाउ मन वसाए। नानक नाम मिलै वडियाई, अन दिन सदा गुण गावणिया। पातशाह फरमाउंदे ने, जिन्हां नूं नाम दी वडियाई मिली, सो रात दिन भाई वाहिगुरु दे गुण गाउंदे ने। गुण गाइए गुरु नानक दे, जपीए नाम। सतगुरु दे उपदेश ते चलीए, गुर शब्दी गुरमतिए बणीए। संग करिए सतपुरुषां दा, अपना अमोलक जन्म सफल हो जावे। हे अच्युत पार ब्रह्म अबनासी अगनासो,